ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਪਿੰਡ ਦੂਲਚਿੱਕੇ, ਜ਼ਿਲ੍ਹਾ ਸਿਆਲਕੋਟ, ਹੁਣ ਪਾਕਿਸਤਾਨ ਵਿੱਚ ਹੋਇਆ। ਕਿਉਂਕਿ ਉਸ ਸਮੇਂ 1927 ਦੇ ਵਿੱਚ ਜਦੋਂ ਜਨਮ ਹੋਇਆ ਸੀ ਕਪੂਰ ਸਿੰਘ ਘੁੰਮਣ ਦਾ, ਉਸ ਸਮੇਂ ਪਾਕਿਸਤਾਨ ਦਾ ਜੋ ਪੰਜਾਬ ਹੈ ਅਤੇ ਅੱਜ ਵਾਲਾ ਜੋ ਸਾਡਾ ਪੰਜਾਬ ਹੈ, ਪੂਰਬੀ ਅਤੇ ਪੱਛਮੀ ਪੰਜਾਬ ਦੋਨੋਂ ਇੱਕ ਸੀ। 1947 ਦੀ ਵੰਡ ਤੋਂ ਬਾਅਦ ਜਿਹੜਾ ਹੈ ਪਾਕਿਸਤਾਨ ਕੋਲ ਪੰਜਾਬ ਸਾਡੇ ਤੋਂ ਵਿਛੜ ਗਿਆ। 1958 ਵਿੱਚ MA ਪੰਜਾਬੀ ਕਰਨ ਉਪਰੰਤ ਅਤੇ ਉਸ ਸਮੇਂ ਇਹਨਾਂ ਦਾ ਕਪੂਰ ਸਿੰਘ ਘੁੰਮਣ ਦਾ ਜੋ ਜਨਮ ਹੈ ਉਹ ਸਾਡਾ ਪਾਕਿਸਤਾਨ ਦੇ ਵਿੱਚ ਹੋਇਆ। ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਦੂਲਚਿੱਕੇ, ਜ਼ਿਲ੍ਹਾ ਸਿਆਲਕੋਟ, ਹੁਣ ਪਾਕਿਸਤਾਨ ਵਿੱਚ ਹੋਇਆ। 1958 ਵਿੱਚ MA ਪੰਜਾਬੀ ਕਰਨ ਉਪਰੰਤ ਕੁਝ ਥਾਵਾਂ 'ਤੇ ਨੌਕਰੀ ਦੀ ਪੜਤਾਲ ਵੀ ਕੀਤੀ ਅਤੇ ਇਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਜੋ ਹੈ ਭਾਸ਼ਾ ਵਿਭਾਗ ਉਹਦੇ ਵਿੱਚ ਨੌਕਰੀ ਮਿਲ ਗਈ। 1985 ਈਸਵੀ ਵਿੱਚ ਡਾਇਰੈਕਟਰ ਰਿਟਾਇਰ ਹੋਏ ਅਤੇ ਬੁੱਕ ਬੋਰਡ ਦਾ ਡਾਇਰੈਕਟਰ ਨਿਯੁਕਤ ਹੋ ਗਏ। ਉਸ ਤੋਂ ਬਾਅਦ ਕੁਝ ਸਮਾਂ ਬਾਅਦ ਹੀ ਸੜਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ, ਕਪੂਰ ਸਿੰਘ ਘੁੰਮਣ ਦੀ। ਕਪੂਰ ਸਿੰਘ ਘੁੰਮਣ ਨੂੰ ਰੰਗਮੰਚ ਨਾਲ ਜਨੂੰਨ ਦੀ ਹੱਦ ਤੱਕ ਇਸ਼ਕ ਸੀ। ਉਸਨੇ ਨਾ ਕੇਵਲ ਨਾਟਕ ਰਚੇ ਸਗੋਂ ਜੀਵਨ ਦਾ ਹਰ ਪਲ ਰੰਗਮੰਚ ਸੰਗ ਨਿਭਾਇਆ। ਉਹ ਨਾਟਕਕਾਰ, ਨਿਰਦੇਸ਼ਕ, ਅਦਾਕਾਰ ਤੌਰ 'ਤੇ ਰਹੇ। ਜੇ ਉਹਨਾਂ ਦੇ ਪੂਰੇ ਨਾਟਕਾਂ ਦੀ ਗੱਲ ਕਰੀਏ ਤਾਂ ਉਸਨੇ ਅਣਹੋਣੀ, ਜਿਉਂਦੀ ਲਾਸ਼, ਬੰਦ ਗਲੀ, ਪੁਤਲੀ ਘਰ, ਜ਼ਿੰਦਗੀ ਤੋਂ ਦੂਰ, ਅਤੀਤ ਦੇ ਪਰਛਾਵੇਂ, ਬੁਝਾਰਤ, ਵਿਸਮਾਦ ਨਾਦ, ਮਾਨਸ ਕੀ ਏਕ ਜਾਤ, ਮੂਕ ਸੰਸਾਰ, ਰਾਣੀ ਕੋਕਲਾਂ, ਰੋਡਾ ਜਲਾਲੀ, ਆਜ਼ਾਦੀ ਦਾ ਸੁਪਨਾ, ਪਾਗਲ ਲੋਕ ਆਦਿ ਪੂਰੇ ਨਾਟਕਾਂ ਤੋਂ ਬਿਨਾਂ ਇਹ ਕਪੂਰ ਸਿੰਘ ਘੁੰਮਣ ਦੇ ਇਹ ਸਾਰੇ ਪੂਰੇ ਨਾਟਕ ਹੈ। ਕਪੂਰ ਸਿੰਘ ਘੁੰਮਣ ਦੇ ਪੂਰੇ ਨਾਟਕ ਜਿਉਂਦੀ ਲਾਸ਼, ਬੁਝਾਰਤ, ਵਿਸਮਾਦ ਨਾਦ, ਮਾਨਸ ਕੀ ਏਕ ਜਾਤ, ਜ਼ਿੰਦਗੀ ਤੋਂ ਦੂਰ, ਰਾਣੀ ਕੋਕਲਾਂ, ਆਜ਼ਾਦੀ ਦਾ ਸੁਪਨਾ, ਪਾਗਲ ਲੋਕ ਪੂਰੇ ਨਾਟਕ ਉੱਪਰ ਕਪੂਰ ਸਿੰਘ ਘੁੰਮਣ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ। ਇਸ ਤੋਂ ਬਿਨਾਂ ਰੱਬ ਦੇ ਰੰਗ, ਜੈਲਦਾਰ, ਗਲਤ ਕੀਮਤਾਂ, ਕਵੀ ਤੇ ਕਵਿਤਾ, ਜੁੰਗਲ ਮਾਟਾ, ਇਸ ਪਾਰ ਉਸ ਪਾਰ, ਮਨ ਅੰਤਰ ਕੀ ਪੀੜ, ਨਿਰੰਤਰ ਚੱਲਦੇ ਨਾਟਕ, ਸੰਤਾਪ, 2 ਕੁੜੀਆਂ 12 ਨਾਟਕ, 2 ਜੋਤ 2 ਮੂਰਤਾਂ, ਕੱਚ ਦਾ ਗਜਰਾ ਆਦਿ ਇਕਾਂਗੀ ਸੰਗ੍ਰਹਿ ਵੀ ਰਚੇ ਹਨ। ਉਸਨੇ ਵੱਖ-ਵੱਖ ਵਿਸ਼ਿਆਂ ਉੱਪਰ 20 ਦੇ ਲਗਭਗ ਕਿਤਾਬਾਂ ਦੀ ਸੰਪਾਦਨ ਕੀਤੀਆਂ ਹਨ। ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ 20 ਤੋਂ ਲਗਭਗ। ਕਪੂਰ ਸਿੰਘ ਘੁੰਮਣ ਪ੍ਰਯੋਗਸ਼ੀਲ ਨਾਟਕਕਾਰ ਹੈ। ਉਸਨੇ ਆਪਣਾ ਕੇਂਦਰੀ ਵਿਸ਼ਾ ਜੋ ਨਾਟਕਾਂ ਦਾ ਰੱਖਿਆ ਹੋਇਆ ਇਸਤਰੀ ਪੁਰਸ਼ ਦੇ ਸੰਬੰਧ ਹੈ ਜੋ, ਅਤੇ ਸਮਾਜਿਕ ਜਿਹੜੀਆਂ ਸਥਿਤੀਆਂ ਜਾਂ ਵਿਡੰਬਨਾਵਾਂ ਹੈ ਉਹਨਾਂ ਨੂੰ ਆਪਣੇ ਨਾਟਕਾਂ ਦੇ ਵਿੱਚ ਵਿਸ਼ੇ ਦੇ ਤੌਰ 'ਤੇ ਵਰਤਿਆ। ਉਸਨੇ ਇੱਕ ਪ੍ਰਸਿੱਧ ਨਾਟਕਕਾਰ ਸਟਰਿੰਡ ਵਰਗ ਦੇ ਜੀਵਨ ਦੇ ਆਧਾਰਿਤ ਨਾਟਕ ਬੁਝਾਰਤ ਵੀ ਲਿਖਿਆ ਹੈ। ਉਸਨੇ ਨਾਟਕਾਂ ਵਿੱਚ ਕਲਾ ਦੇ ਸੱਚ, ਜੀਵਨ ਦੇ ਸੱਚ ਦੇ ਟਕਰਾਅ ਪੇਸ਼ ਕੀਤੇ ਹਨ। ਕਲਾ ਅਤੇ ਜੀਵਨ ਦੇ ਸੱਚ ਦਾ ਟਕਰਾਅ ਜੋ ਉਸਨੇ ਪੇਸ਼ ਕੀਤਾ ਹੈ ਆਪਣੇ ਨਾਟਕਾਂ ਦੇ ਵਿੱਚ। ਘੁੰਮਣ ਨੇ ਤਕਨੀਕ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਜਿਹੜਾ ਪ੍ਰਯੋਗ ਕੀਤਾ ਹੈ ਘੁੰਮਣ ਨੇ। ਪਰਛਾਵਿਆਂ ਦੀ ਜੁਗਤ, ਅਤੀਤ ਦੇ ਪਰਛਾਵੇਂ ਤੋਂ ਲੈ ਕੇ ਪੁਤਲੀ ਨਾਟ, ਪੁਤਲੀ ਘਰ ਤੱਕ ਦੇ ਪ੍ਰਯੋਗ ਉਸਦੇ ਨਾਟਕਾਂ ਵਿੱਚ ਸ਼ਾਮਲ ਹਨ। ਯਥਾਰਥਵਾਦੀ ਨਾਟ ਸ਼ੈਲੀ ਤੋਂ ਇਲਾਵਾ ਬ੍ਰੈਖਤ ਦੇ ਐਪਿਕ ਥੀਏਟਰ ਦਾ ਪ੍ਰਭਾਵ ਵੀ ਉਸਦੇ ਨਾਟਕਾਂ ਵਿੱਚ ਨਜ਼ਰ ਆਉਂਦਾ ਹੈ। ਉਸਨੇ ਰੰਗਮੰਚ ਆਲੋਚਨਾ ਦੇ ਕਾਲਮ ਲਿਖਣ ਦੀ ਪਿਰਤ ਪਾਈ। ਉਸਦੀ ਅਣਪਛਾਤੀ ਮੰਚ ਡਾਇਰੀ ਪੰਜਾਬੀ ਰੰਗਮੰਚ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਵੀ ਰਹੀ ਹੈ। ਉਸਨੇ ਰੂਪਕ ਕਲਾ ਸੰਗਮ ਨਾਂ ਦੀ ਸੰਸਥਾ ਬਣਾ ਕੇ, ਇਹ ਪੁੱਛ ਲੈਂਦੇ ਆ, ਰੂਪਕ ਕਲਾ ਸੰਗਮ ਸੰਸਥਾ ਬਣਾਈ ਹੈ ਇੱਕ ਕਪੂਰ ਸਿੰਘ ਘੁੰਮਣ ਜੀ ਨੇ ਬਣਾਈ ਸੀ। ਨਾਟਕ ਖੇਡੇ ਅਤੇ ਹੋਰਾਂ ਨੂੰ ਪ੍ਰੇਰਿਤ ਵੀ ਕੀਤਾ। ਇਹ ਜਿਹੜੀ ਰੂਪਕ ਕਲਾ ਸੰਗਮ ਜੋ ਸੰਸਥਾ ਬਣਾਈ, ਇਸ ਸੰਸਥਾ ਦੇ ਵਿੱਚ ਉਸਨੇ ਨਾਟਕ ਖੇਡੇ ਅਤੇ ਹੋਰਾਂ ਨੂੰ ਪ੍ਰੇਰਨਾ ਵੀ ਦਿੱਤੀ ਨਾਟਕਾਂ ਦੇ ਵੱਲ ਆਕਰਸ਼ਿਤ ਕਰਨ ਦੇ ਲਈ। ਉਸ ਦੇ ਬੱਚੇ ਵੀ ਰੰਗਮੰਚ ਵਿੱਚ ਰੁਚਿਤ ਰਹੇ।
ਭਾਸ਼ਾ ਵਿਭਾਗ ਰਾਹੀਂ ਰੰਗਮੰਚ ਸਰਗਰਮੀਆਂ ਦੇ ਪ੍ਰਸਾਰ ਵਿੱਚ ਵੀ ਉਸ ਦਾ ਯੋਗਦਾਨ ਰਿਹਾ। ਘੁੰਮਣ ਨੇ ਅਨੇਕ ਇਨਾਮ ਸਨਮਾਨ ਪ੍ਰਾਪਤ ਕੀਤੇ। ਉਸ ਦਾ ਨਾਟਕ ਪਾਗਲ ਲੋਕ ਲਈ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਇਕਾਂਗੀ ਯਾਤਰਾ ਜੋ ਕਿਤਾਬ ਹੈ BA ਦੇ ਵਿੱਚ, ਉਹ ਸੰਪਾਦਕ ਕੀਤੀ ਹੈ ਡਾਕਟਰ ਰਘਵੀਰ ਸਿੰਘ ਅਤੇ ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਨੇ। ਅਤੇ ਉਸ ਇਕਾਂਗੀ ਯਾਤਰਾ ਦੇ ਵਿੱਚ ਇੱਕ ਇਕਾਂਗੀ ਲਈ ਗਈ ਹੈ ਕਪੂਰ ਸਿੰਘ ਘੁੰਮਣ ਦੀ ਉਧਾਲੀ ਹੋਈ ਕੁੜੀ। ਅਤੇ ਇਸ ਦੇ ਇਕਾਂਗੀ ਦੇ ਜੋ ਪਾਤਰ ਨੇ, ਖੜਕੂ ਇੱਕ ਜੱਟ ਹੈ, ਵਿਰਸਾ ਖੜਕੂ ਦਾ ਮਿੱਤਰ, ਕਰਤਾਰੋ ਖੜਕੂ ਦੀ ਵਹੁਟੀ, ਜੀਤਾ ਖੜਕੂ ਦਾ ਪੁੱਤਰ, ਸਲਮਾ ਉਧਾਲੀ ਹੋਈ ਕੁੜੀ, ਥਾਣੇਦਾਰ ਅਤੇ ਸਿਪਾਹੀ। ਥਾਂ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਵਿੱਚ ਪਾਕਿਸਤਾਨੀ ਸਰਹੱਦ ਦੇ ਨੇੜੇ ਇੱਕ ਪਿੰਡ ਫੱਤੂਵਾਲਾ। ਸਮਾਂ ਜਨਵਰੀ 1949 ਦੀ ਇੱਕ ਸਵੇਰ। ਜਦੋਂ ਰੰਗਮੰਚ ਦੀ ਤਿਆਰੀ ਹੁੰਦੀ ਹੈ ਤਾਂ ਰੰਗਮੰਚ ਦੇ ਲਈ ਜੋ ਜੋ ਚੀਜ਼ਾਂ ਦੀ ਸਾਨੂੰ ਲੋੜ ਹੁੰਦੀ ਹੈ ਉਹ ਨਾਟਕ ਦੇ ਸ਼ੁਰੂਆਤ ਵਿੱਚ ਦੱਸੀਆਂ ਹੋਈਆਂ ਹੈ। ਮਤਲਬ ਕੀ ਕੀ ਚਾਹੀਦਾ ਹੈ। ਖੜਕੂ ਜੱਟ ਦਾ ਘਰ ਸਾਹਮਣੇ ਕੱਚਾ ਪਸਾਰ ਹੈ ਜਿਸ ਦੇ 2 ਬੂਹੇ ਹਨ। ਸੱਜੇ ਹੱਥ ਰਸੋਈ ਹੈ, ਖੱਬੇ ਹੱਥ ਕੋਠੜੀ ਹੈ ਅਤੇ ਉਸਦੇ ਪਿੱਛੇ ਇੱਕ ਹੋਰ ਛੋਟੀ ਜਿਹੀ ਕੋਠੜੀ ਹੈ। ਬਾਹਰੋਂ ਆਉਣ ਵਾਲੇ ਵਾਸਤੇ ਰਸੋਈ ਦੇ ਨਾਲ ਇੱਕ ਦਰਵਾਜ਼ਾ ਹੈ। ਜੋ ਰੰਗਮੰਚ ਦੇ ਜੋ ਚੀਜ਼ਾਂ ਦਿਖਾਈਆਂ ਜਾਣਗੀਆਂ ਉਹ ਇਹ ਹੈ। ਪਸਾਰ ਦੇ ਇੱਕ ਬੂਹੇ ਅੱਗੇ ਲੱਕੜੀ ਦਾ ਚਰਖਾ, ਪੀੜ੍ਹੀ, ਇੱਕ ਟੋਕਰੀ ਪੂਣੀਆਂ ਦੀ ਅਤੇ ਕੁਝ ਛੱਲੀਆਂ ਹਨ। 8 ਸਾਲ ਦਾ ਮੁੰਡਾ ਜੀਤਾ ਗੰਨਾ ਚੂਪ ਰਿਹਾ ਹੈ। ਉਹਦੇ ਕੋਲ ਗੰਨਿਆਂ ਦੀ ਢੇਰੀ ਹੈ। ਵਿਹੜੇ ਵਿੱਚ ਵੀ ਛਿੱਲੜਾਂ ਖਿਲਰੀਆਂ ਪਈਆਂ ਹਨ। ਰਸੋਈ ਅਤੇ ਪਸਾਰ ਦੀ ਗੁੱਠ ਵਿੱਚ ਘੜੇ ਥਣੀ ਉੱਪਰ ਘੜਾ ਹੈ। ਕੋਲ 2 ਮੂੜੇ ਡੱਠੇ ਹੋਏ ਹਨ। ਪਸਾਰ ਵਾਲੇ ਪਾਸੇ ਇੱਕ ਚੁੱਲ੍ਹਾ ਅਤੇ ਇੱਕ ਭੜੋਲੀ ਹੈ। ਕੁਝ ਜੂਠੀਆਂ ਕੌਲੀਆਂ, ਥਾਲ ਅਤੇ ਛੰਨੇ ਖਿਲਰੇ ਪਏ ਹਨ। ਕੋਠੜੀ ਦੇ ਬੂਹੇ ਕੋਲ ਮੰਜੀ 'ਤੇ ਇੱਕ ਬੱਚਾ ਸੁੱਤਾ ਪਿਆ ਹੈ। ਕੋਲ ਹੀ ਇੱਕ ਹੋਰ ਮੰਜੀ ਪਈ ਹੋਈ ਹੈ। ਕਰਤਾਰੋ ਦੁੱਧ ਦੀ ਬਾਲਟੀ ਚੁੱਕ ਅੰਦਰ ਆਉਂਦੀ ਹੈ। ਕਰਤਾਰੋ ਅਤੇ ਜੀਤਾ ਦੀ ਜਿਹੜੀ ਵਾਰਤਾ ਇੱਥੇ ਚੱਲਦੀ ਹੈ ਅਤੇ ਕਹਾਣੀ ਦਾ ਜੇ ਆਪਾਂ ਦੇਖਿਆ ਜਾਵੇ ਤਾਂ ਹੈ ਕਿ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ, ਕਹਾਣੀ ਕਿਸ 'ਤੇ ਆਧਾਰਿਤ ਹੈ। 1947 ਦੀ ਵੰਡ ਹੁੰਦੀ ਹੈ ਜਦੋਂ ਪਾਕਿਸਤਾਨ ਅਤੇ ਪੰਜਾਬ ਦੀ ਜੋ ਦਰਦਨਾਕ ਸਥਿਤੀ ਹੈ ਉਸ ਦੇ ਵਿੱਚ ਔਰਤ ਦੀ ਜੋ ਮਾਨਸਿਕ ਸਥਿਤੀ ਨੂੰ ਸੱਟ ਵੱਜਦੀ ਹੈ, ਜੋ ਔਰਤ ਦੇ ਹਾਲਾਤ ਹੁੰਦੇ ਹੈ ਉਸ ਨੂੰ ਇਸ ਕਹਾਣੀ ਦੇ ਵਿੱਚ ਉਧਾਲੀ ਹੋਈ ਕੁੜੀ ਵਿੱਚ ਦਰਸਾਇਆ ਜਾਂਦਾ ਹੈ। ਇਸ ਕਹਾਣੀ ਵਿੱਚ ਖੜਕੂ ਹੁੰਦਾ ਇੱਕ ਜੱਟ ਅਤੇ ਵਿਰਸਾ ਹੁੰਦਾ ਖੜਕੂ ਦਾ ਮਿੱਤਰ, ਕਰਤਾਰੋ ਹੁੰਦੀ ਹੈ, ਜੀਤਾ ਹੁੰਦੀ ਹੈ ਅਤੇ ਸਲਮਾ ਹੁੰਦੀ ਹੈ। ਸਲਮਾ ਉਹ ਕੁੜੀ ਹੈ ਜੋ ਕਿ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ। ਸਲਮਾ ਉਹ ਕੁੜੀ ਹੈ ਜਿਹੜੀ ਪਾਕਿਸਤਾਨ, ਕਿਉਂਕਿ ਉਸ ਸਮੇਂ ਜਿਹੜੀਆਂ ਇੱਧਰ ਪਾਕਿਸਤਾਨ ਦੀਆਂ ਜੋ ਰਹਿ ਗਏ ਸੀ ਉਹਨਾਂ ਨੂੰ ਪਾਕਿਸਤਾਨ ਪਹੁੰਚਾਇਆ ਜਾ ਰਿਹਾ ਸੀ। ਸਲਮਾ ਉਹ ਕੁੜੀ ਹੈ ਜਿਹੜੀ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਸੀ, ਪਰ ਉਸ ਦੇ ਨਾਲ ਇੱਥੇ ਦਰਿੰਦਗੀ ਵੀ ਹੋ ਚੁੱਕੀ ਸੀ। ਸਲਮਾ ਦੀ ਜਿਹੜੀ ਮਾਨਸਿਕ ਸਥਿਤੀ ਸੀ ਉਹ ਬਹੁਤ ਨਾਜ਼ੁਕ ਸੀ, ਪਰ ਉਹ ਬਦਲਾ ਵੀ ਲੈਣਾ ਚਾਹੁੰਦੀ ਸੀ। ਜਿਨ੍ਹਾਂ ਨੇ ਉਹਨਾਂ ਨਾਲ ਇਸ ਤਰ੍ਹਾਂ ਦਾ ਕੁਕਰਮ ਕੀਤਾ ਉਹ ਬਦਲਾ ਇਸ ਤਰ੍ਹਾਂ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੂੰ ਮਾਰ ਕੇ ਜਾਂ ਉਹਨਾਂ ਦਾ ਖੂਨ ਕਰਕੇ। ਉਹ ਬਦਲਾ ਇਸ ਤਰ੍ਹਾਂ ਲੈਣਾ ਚਾਹੁੰਦੀ ਸੀ ਕਿ ਉਹਨਾਂ ਦੀਆਂ ਪੀੜ੍ਹੀਆਂ ਯਾਦ ਰੱਖਣ ਕਿ ਉਹਨਾਂ ਦੇ ਜੋ ਵੱਡ ਵਡੇਰੇ ਸੀ ਉਹਨਾਂ ਨੇ ਸਲਮਾ ਦੇ ਨਾਲ ਇਸ ਤਰ੍ਹਾਂ ਕੀਤਾ। ਅਤੇ ਸਲਮਾ ਦੀ ਕੁੱਖ ਵਿੱਚ ਜੋ ਪਲ ਰਿਹਾ ਸੀ ਉਹ ਚਾਹੁੰਦੀ ਸੀ ਕਿ ਮੈਂ ਉਹਨਾਂ ਦੇ ਇਹ ਕਾਲਖ ਉਹਨਾਂ ਦੇ ਮੂੰਹ 'ਤੇ, ਉਹਨਾਂ ਦੀ ਪੀੜ੍ਹੀ 'ਤੇ ਥੱਪਾਂ। ਤਾਂ ਸਲਮਾ ਜੋ ਚਾਹੁੰਦੀ ਸੀ ਉਹ ਆਪਣਾ ਇਹ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ। ਕਰਤਾਰੋ ਜੋ ਹੈ ਸਲਮਾ ਨੂੰ ਦੀ ਸਹਾਇਤਾ ਵੀ ਕਰਦੀ ਹੈ, ਪਰ ਕਰਤਾਰੋ ਦਾ ਜੋ ਨਾਮ ਹੈ ਉਹ ਬਰਖ 'ਤੇ ਹੈ। ਅਤੇ ਜਦੋਂ ਉਹਨਾਂ ਨੂੰ ਪੁਲਿਸ ਵਾਲੇ ਥਾਣੇਦਾਰ ਵਰਗੇ ਆਉਂਦੇ ਆ ਤਾਂ ਉਹ ਕਰਤਾਰੋ ਨੂੰ ਵੀ ਉਧਾਲੀ ਹੋਈ ਕੁੜੀ ਸਮਝ ਕੇ ਨਾਲ ਲੈ ਜਾਂਦੇ ਆ ਅਤੇ ਨਾਲ ਹੀ ਜੀਤੇ ਨੂੰ ਲੈ ਜਾਂਦੇ ਆ। ਅਤੇ ਖੜਕੂ ਇੱਕ ਜੱਟ ਜੋ ਕਿਸਾਨ ਹੁੰਦਾ ਉਹ ਜਿਹੜਾ ਕਰਲਾਉਂਦਾ ਰਹਿ ਜਾਂਦਾ। ਕੁੱਲ ਮਿਲਾ ਕੇ ਇਸ ਕਹਾਣੀ ਦੇ ਵਿੱਚ ਔਰਤ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਗਿਆ ਹੈ ਜੋ 1947 ਦੇ ਵਿੱਚ ਔਰਤਾਂ ਦੇ ਨਾਲ ਹੋਇਆ। ਧੱਕੇਸ਼ਾਹੀ ਹੋਈ, ਧੱਕੇ ਨਾਲ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲੋਂ ਵਿਛੜਨਾ ਪਿਆ, ਆਪਣੇ ਬੱਚਿਆਂ ਨਾਲੋਂ ਵਿਛੜਨਾ ਪਿਆ, ਆਪਣੇ ਜੋ ਉਹਨਾਂ ਦਾ ਘਰਾਂ ਦੇ ਵਿੱਚ ਮੋਹ ਪਿਆ ਸੀ ਉਹਨਾਂ ਨਾਲੋਂ ਵਿਛੜਿਆ। ਸਾਰੀਆਂ ਕੁੜੀਆਂ ਹੀ ਨਹੀਂ ਸੀ ਜਿਹੜੀਆਂ ਧੱਕੇ ਨਾਲ ਵਸਾਈਆਂ ਹੋਈਆਂ ਸੀ, ਕੁਝ ਕੁੜੀਆਂ ਆਪਣੀ ਮਨਮਰਜ਼ੀਆਂ ਨਾਲ ਵੀ ਰਹਿ ਰਹੀਆਂ ਸੀ। ਤਾਂ ਇਹ ਸਾਰੀਆਂ ਸਥਿਤੀਆਂ ਵਿੱਚੋਂ ਜਿਹੜੇ ਆਪਣੇ ਰਿਸ਼ਤਿਆਂ ਨੂੰ ਛੱਡ ਕੇ ਜਾਣਾ ਬਹੁਤ ਔਖਾ ਸੀ ਔਰਤ ਲਈ। ਅਤੇ ਇਹ ਕਹਿ ਲਈਏ ਵੀ ਇਹ 2 ਸਰਹੱਦਾਂ ਦੀ ਆਪਸ ਵਿੱਚ ਵੰਡ ਨਹੀਂ ਸੀਗੀ, ਸਗੋਂ
ਇਸ ਕਹਾਣੀ ਦੇ ਮੁਤਾਬਕ ਇੱਕ ਇਸਤਰੀ ਜਾਤੀ ਦੇ ਨਾਲ ਸਭ ਤੋਂ ਜ਼ਿਆਦਾ ਦਰਦਨਾਕ ਸਥਿਤੀ ਇਸ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਤੇ ਭਾਰਤ ਦੀ ਵੰਡ ਸਮੇਂ, ਜਾਂ ਕਹਿ ਲਓ ਪੰਜਾਬ ਤੇ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਦੀ ਵੰਡ ਸਮੇਂ ਔਰਤ ਨੇ ਜੋ ਸਥਿਤੀ ਨੂੰ ਸਹਿਣ ਕੀਤਾ ਹੈ, ਜੋ ਦੁਰਦਿਸ਼ਾ ਨੂੰ, ਜੋ ਮਾਨਸਿਕ ਦੁਰਦਿਸ਼ਾ ਨੂੰ ਸਹਿਣ ਕੀਤਾ ਹੈ, ਉਹ ਬਿਆਨ ਕੀਤਾ ਗਿਆ ਹੈ। ਉਦਾਲੀ ਹੋਈ ਕੁੜੀ ਕਪੂਰ ਸਿੰਘ ਘੁੰਮਣ ਦੀ ਲਿਖੀ ਹੋਈ ਹੈ, ਤੇ ਇਹਦੇ ਪਾਤਰ ਖੜਕੂ ਜੱਟ ਹੈ, ਵਿਰਸਾ ਖੜਕੂ ਦਾ ਮਿੱਤਰ ਹੈ, ਇਹ ਆਪਾਂ ਯਾਦ ਰੱਖਣੇ ਆ। ਉਸ ਤੋਂ ਅੱਗੇ ਹੈ ਸਰਜੀਤ ਸਿੰਘ ਸੇਠੀ। ਸਰਜੀਤ ਸਿੰਘ ਸੇਠੀ 1928 ਤੋਂ 1995। ਸਰਜੀਤ ਸਿੰਘ ਸੇਠੀ ਦਾ ਜਨਮ 1 ਅਕਤੂਬਰ 1928 ਨੂੰ ਪਿੰਡ ਗੁੱਜਰ ਖਾਨ ਰਾਵਲਪਿੰਡੀ ਹੁਣ ਪਾਕਿਸਤਾਨ ਵਿਖੇ ਹੋਇਆ। ਤਾਂ ਸਰਜੀਤ ਸਿੰਘ ਸੇਠੀ ਵੀ ਉਸ ਸਮੇਂ ਜੋ ਸਾਂਝਾ ਪੰਜਾਬ ਸੀ ਉਸ ਦੇ ਵਿੱਚ ਹੀ ਇਹਨਾਂ ਦਾ ਜਨਮ ਹੁੰਦਾ। ਉਸਨੇ ਅੰਗਰੇਜ਼ੀ ਅਤੇ ਪੰਜਾਬੀ MA ਤੋਂ ਬਿਨਾਂ PhD ਦੀ ਡਿਗਰੀ ਵੀ ਜੋ ਹਾਸਲ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਨੌਕਰੀ ਵੀ ਕਰ ਚੁੱਕੇ ਸੀ ਅਤੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਸੀ ਸਰਜੀਤ ਸਿੰਘ ਸੇਠੀ। 1994 ਵਿੱਚ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਸੇਠੀ ਜੀ ਨੂੰ। ਸੇਠੀ ਜੀ ਨੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ, ਉੱਥੇ ਇਹਨਾਂ ਨੂੰ ਇੱਕ ਫੈਲੋਸ਼ਿਪ ਮਿਲੀ ਅਤੇ ਇਹਨਾਂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਹਨਾਂ ਦਾ ਦੇਹਾਂਤ ਹੋ ਗਿਆ ਸੀ। ਸੇਠੀ ਨੇ ਕਾਫੀ ਹਾਊਸ, ਕੱਚਾ ਘੜਾ, ਕਾਦਰ ਜਾਰ, ਭਰਿਆ ਭਰਿਆ, ਸੱਖਣਾ ਸੱਖਣਾ, ਕਿੰਗ ਮਿਰਜ਼ਾ ਤੇ ਸਪੇਰਾ, ਮਰਦ ਮਰਦ ਨਹੀਂ, ਤੀਵੀਂ ਤੀਵੀਂ ਨਹੀਂ, ਗੁਰਵਿਨ ਘੋਰ ਅੰਧਾਰ, ਗੁਰਵਿਨ ਘੋਰ ਅੰਧਕਾਰ, ਨੰਗੀ ਰਾਤ, ਸੜਕ ਦਾ ਓਲਾ, ਮੇਰਾ ਮੁਰਸ਼ਦ ਮੋੜ ਲਿਆਇਓ, ਇਹ ਜ਼ਿੰਦਗੀ ਹੈ ਦੋਸਤੋ, ਦੇਵਤਿਆਂ ਦਾ ਥੀਏਟਰ, ਨਾਟ ਸੰਗ੍ਰਹਿ, ਕੁਰਸੀ ਨਾਚ ਨਚਾਏ, ਪੈਬਲ ਬੀਜ ਤੇ ਲੌਂਗ ਗਵਾਚਾ, ਨਾਟ ਸੰਗ੍ਰਹਿ, ਨਾਟਕਾਂ ਤੋਂ ਬਿਨਾਂ, ਪਰਦੇ ਪਿੱਛੇ। ਇਹ ਇਹਨਾਂ ਦੇ ਜੋ ਆਪਾਂ ਪਿੱਛੇ ਪੜ੍ਹੇ ਆ, ਜਿਵੇਂ ਕਾਫੀ ਹਾਊਸ, ਕੱਚਾ ਘੜਾ, ਕਾਦਰ ਜਾਰ, ਭਰਿਆ ਭਰਿਆ, ਸੱਖਣਾ ਸੱਖਣਾ, ਕਿੰਗ ਮਿਰਜ਼ਾ ਤੇ ਸਪੇਰਾ, ਮਰਦ ਮਰਦ ਨਹੀਂ, ਤੀਵੀਂ ਤੀਵੀਂ ਨਹੀਂ, ਇਹ ਸਾਰੇ ਉੱਪਰਲੇ ਜੋ ਨਾਟਕ ਆਪਾਂ ਪੜ੍ਹ ਰਹੇ ਹਾਂ ਇਹ ਪੂਰੇ ਨਾਟਕ ਹੈ। ਪਰਦੇ ਪਿੱਛੇ, ਚੱਲਦੇ ਫਿਰਦੇ ਬੁੱਤ ਇਹਨਾਂ ਦੇ ਇਕਾਂਗੀ ਸੰਗ੍ਰਹਿ ਹਨ। ਨਾਟ ਰਚਨਾ ਤੋਂ ਬਿਨਾਂ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਜੀਵਨੀ, ਸਵੈ ਜੀਵਨੀ, ਕਹਾਣੀ, ਨਾਵਲ, ਡਾਇਰੀ, ਸਫ਼ਰਨਾਮਾ ਵੀ ਦਿੱਤੇ ਹੈ। ਮੇਰੀ ਸਾਹਿਤਕ ਸਵੈ ਜੀਵਨੀ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ। ਇਹਨਾਂ ਦੀ ਜੋ ਮੇਰੀ ਸਾਹਿਤਕ ਸਵੈ ਜੀਵਨੀ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ। ਇਹ ਮੇਰੀ ਮੰਜ਼ਿਲ ਨਹੀਂ ਪੂਰੀ ਕਰਨ ਵਿੱਚ ਰੁੱਝੇ ਹੋਏ ਸਨ। ਜਦੋਂ ਉਹਨਾਂ ਦਾ ਅੰਤਿਮ ਸਮਾਂ ਸੀ ਤਾਂ ਉਹਨਾਂ ਨੇ ਆਪਣੀ ਸਵੈ ਜੀਵਨੀ ਇਹ ਮੇਰੀ ਮੰਜ਼ਿਲ ਨਹੀਂ ਪੂਰੀ ਕਰਨ ਵਿੱਚ ਲੱਗੇ ਹੋਏ ਸਨ। ਡਾਕਟਰ ਸੇਠੀ ਦਾ ਫਿਲਮ, ਰੇਡੀਓ, ਰੰਗਮੰਚ ਅਤੇ TV ਦਾ ਸਮਾਨਾਂਤਰ ਤਜਰਬਾ ਸੀ। ਇਸ ਦੇ ਸੁਮੇਲ ਵਿੱਚੋਂ ਉਸਨੇ ਨਾਟ ਰਚਨਾ ਕੀਤੀ। ਉਸਦੇ ਨਾਟਕ ਆਧੁਨਿਕ ਮਨੁੱਖ ਦੀਆਂ ਜਟਿਲਤਾਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਨੇ ਐਬਸਰਡ ਨਾਟਧਾਰਾ ਦੇ ਪ੍ਰਭਾਵ ਅਧੀਨ ਵੀ ਨਾਟ ਰਚਨਾ ਕੀਤੀ। ਆਪ ਪਰ ਆਪਣੇ ਸੱਭਿਆਚਾਰਕ ਪ੍ਰਸੰਗਾਂ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੱਤਾ। ਉਸਦੇ ਨਾਟਕ ਵਿੱਚ ਤਕਨੀਕ ਦੇ ਵਿਸ਼ਾਲ ਪ੍ਰਯੋਗ ਦ੍ਰਿਸ਼ਟੀਗੋਚਰ ਹੁੰਦੇ ਹਨ। ਉਹ ਰੰਗਮੰਚੀ ਚੇਤਨਾ ਦਾ ਨਾਟਕਕਾਰ ਹੈ। ਰੰਗਮੰਚ ਦੇ ਸਿਧਾਂਤਾਂ ਬਾਰੇ ਉਸ ਨੂੰ ਬੇਇੰਤਹਾ ਜਾਣਕਾਰੀ ਸੀ, ਜਿਸ ਦਾ ਸਮਨਵਯ ਉਸਦੇ ਨਾਟਕਾਂ ਵਿੱਚ ਵੀ ਨਜ਼ਰ ਆਉਂਦਾ ਹੈ। ਸੇਠੀ ਇੱਕ ਗਤੀਸ਼ੀਲ ਰਚਨਾਕਾਰ ਹੈ। ਆਖਰੀ ਪਲ ਤੱਕ ਉਹ ਆਪਣੀ ਸਿਰਜਣਾਤਮਕਤਾ ਦੇ ਗੌਰਵ ਸੰਗ ਜੀਵਿਆ। ਉਹ ਦਵੰਗ ਸ਼ਖਸੀਅਤ ਦਾ ਮਾਲਕ ਸੀ ਜਿਸ ਨੇ ਝੁਕਣਾ ਨਹੀਂ ਸੀ ਸਿੱਖਿਆ। ਉਸਦੀ ਇਸ ਖੁਦਾਰ ਸ਼ਖਸੀਅਤ ਦਾ ਪਰਛਾਵਾਂ ਉਸਦੀ ਰਚਨਾ ਵਿੱਚ ਵੀ ਮੌਜੂਦ ਹੈ। ਡਾਕਟਰ ਸੇਠੀ ਨੇ ਵਿਸ਼ਵ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਵਿੱਚ ਭਾਸ਼ਣ ਦਿੱਤੇ। ਹਰ ਬਣਦਾ ਤਨਦਾ ਮਾਣ ਸਨਮਾਨ ਪ੍ਰਾਪਤ ਕੀਤਾ। ਉਸਨੇ ਪੰਜਾਬੀ ਨਾਟਕ ਅਕੈਡਮੀ ਦੀ ਸਥਾਪਨਾ ਵੀ ਕੀਤੀ। ਸਰਜੀਤ ਸਿੰਘ ਸੇਠੀ ਦੀ ਇਕਾਂਗੀ ਅਪਮਾਨ ਇਕਾਂਗੀ ਦੇ ਜੋ ਪਾਤਰ ਨੇ ਸੁਸ਼ਮਾ, ਆਸ਼ਾ, ਬੀਜੀ, ਨੀਨਾ, ਵਿਪਨ, ਡਾਕਟਰ। ਸੁਸ਼ਮਾ ਤੇ ਵਿਪਨ ਇਸ ਇਕਾਂਗੀ ਦੇ ਮੇਨ ਪਾਤਰ ਹੈ। ਆਸ਼ਾ ਵੀ ਕਹਿ ਸਕਦੇ ਹਾਂ ਮੇਨ ਪਾਤਰ ਹੈ। ਆਸ਼ਾ ਇੱਕ ਨੌਕਰਾਣੀ ਹੈ। ਆਸ਼ਾ ਅਤੇ ਸੁਸ਼ਮਾ ਵਿੱਚ ਗੱਲਾਂ ਬਾਤਾਂ ਹੁੰਦੀਆਂ ਹਨ। ਸੁਸ਼ਮਾ ਆਪਣੇ ਜੋ ਦਿਲ ਦੀਆਂ ਗੱਲਾਂ ਹੈ ਆਸ਼ਾ ਨੂੰ ਦੱਸਦੀ ਹੈ ਕਿ ਅੱਜ ਕੱਲ੍ਹ ਸਾਹਿਬ ਜੀ ਮੈਨੂੰ ਬੁਲਾਉਣੋਂ ਹਟ ਗਏ। ਅਤੇ ਆਸ਼ਾ ਕਹਿੰਦੀ ਕੀ ਗੱਲ, ਇਹੋ ਕਿਉਂ ਨਹੀਂ ਬੁਲਾਉਂਦੇ ਤੁਹਾਨੂੰ? ਤਾਂ ਸੁਸ਼ਮਾ ਕਹਿੰਦੀ ਤੇਰੇ ਸਮਝ ਨਹੀਂ ਆਉਣੀਆਂ ਇਹ ਗੱਲਾਂ। ਅਤੇ ਕਹਿੰਦੀ ਗੱਲ ਤਾਂ ਦੱਸੋ।
ਚਲੋ ਇਹ ਰਾਬਤਾ ਚੱਲਦਾ ਉਹਨਾਂ ਦਾ, ਅਤੇ ਸੁਸ਼ਮਾ ਆਸ਼ਾ ਨੂੰ ਕੋਈ ਰਾਹ ਨਹੀਂ ਪਾਉਂਦੀ ਗੱਲ। ਅਤੇ ਬੀਜੀ ਆ ਜਾਂਦੇ ਆ, ਬੀਜੀ ਉਹਨੂੰ ਕਹਿੰਦੇ ਆ ਵੀ ਮੈਂ ਸੁਣਿਆ ਵੀ ਤੁਸੀਂ ਲੜਦੇ ਹੋ ਦੋਨੇ, ਵਿਪਨ ਤੈਨੂੰ ਬੁਲਾਉਂਦਾ ਨਹੀਂ, ਤੂੰ ਵਿਪਨ ਨੂੰ ਬੁਲਾਉਂਦੀ ਨਹੀਂ। ਸੁਸ਼ਮਾ ਕਹਿੰਦੀ ਵੀ ਤੁਸੀਂ ਤੁਹਾਨੂੰ ਕਾਰਨ ਨਹੀਂ ਨਾ ਪਤਾ ਵੀ ਕੀ ਗੱਲ ਹੈ। ਉਹ ਕਹਿੰਦੀ ਕੀ ਗੱਲ ਹੈ, ਕਾਰਨ ਕੀ ਹੈ? ਕਹਿੰਦੀ ਤੁਸੀਂ ਮੈਨੂੰ ਸਾਰੀ ਛੋਟੇ ਹੁੰਦਿਆਂ ਤੋਂ ਹੀ ਮੈਨੂੰ ਇਹ ਕਿਹਾ ਵੀ ਤੂੰ ਪਰੀਆਂ ਵਰਗੀ ਹੈ, ਤੂੰ ਪਰੀਆਂ ਤੋਂ ਸੋਹਣੀ ਹੈ। ਮਤਲਬ ਉਹਦੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਵੀ ਮੈਂ ਸੋਹਣੀ ਆ, ਪਰ ਮੈਨੂੰ ਵਿਪਨ ਨੇ ਕਦੇ ਵੀ ਸਲਾਹਿਆ ਨਹੀਂ। ਹਾਲਾਂਕਿ ਮੈਨੂੰ ਸਕੂਲ ਕਾਲਜ ਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਸੀ ਤਾਂ ਮੈਂ ਲੀਡ ਕਰਦੀ ਸੀ, ਮੈਂ ਉੱਥੇ ਜਾਂਦੀ ਸੀ, ਮੇਰੀ ਸੁੰਦਰਤਾ ਦੇ ਕਾਇਲ ਸੀ ਲੋਕ। ਤਾਂ ਵਿਪਨ ਨੇ ਮੈਨੂੰ ਕਦੇ ਇਸ ਤਰ੍ਹਾਂ ਮੇਰੀਆਂ ਅੱਖਾਂ ਦੀ ਤਾਰੀਫ, ਮੇਰੇ ਵਾਲਾਂ ਦੀ ਤਾਰੀਫ, ਮੇਰੇ ਗੋਰੇ ਰੰਗ ਦੀ ਤਾਰੀਫ ਇਸ ਤਰ੍ਹਾਂ ਨਹੀਂ ਕੀਤੀ। ਅਤੇ ਉਹ ਕਹਿੰਦੀ ਬੀਜੀ ਕਹਿੰਦੀ ਬਸ ਇੰਨੀ ਕੀ ਗੱਲ ਹੈ ਤੁਹਾਡੀ, ਕੋਈ ਬਾਹਲਾ ਵੱਡਾ ਝਗੜਾ ਵੀ ਨਹੀਂ ਹੈਗਾ, ਛੋਟੀ ਜਿਹੀ ਗੱਲ ਪਿੱਛੇ ਤੁਸੀਂ ਮਤਲਬ ਇੱਕ ਦੂਜੇ ਤੋਂ ਉਹ ਕਰੇ ਰੁੱਸੇ ਹੋਏ ਹੋ, ਜੋ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ। ਸੁਸ਼ਮਾ ਕਹਿੰਦੀ ਬੀਜੀ ਇਹ ਛੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਸੁਸ਼ਮਾ ਨੇ ਆਪਣੀ ਤਾਰੀਫ ਹੀ ਸੁਣੀ ਹੁੰਦੀ ਹੈ। ਤਾਂ ਇਸ ਇਕਾਂਗੀ ਵਿੱਚ ਜੋ ਵਿਪਨ ਹੈ ਉਹ ਇੱਕ ਕਿਤਾਬਾਂ ਦੇ ਵਿੱਚ ਖੁੱਭਿਆ ਹੋਣ ਕਰਕੇ ਉਹਨੂੰ ਕਿਤਾਬਾਂ ਬੌਧਿਕ ਲੋਕ ਜ਼ਿਆਦਾ ਪਸੰਦ ਹੈ। ਸੁਸ਼ਮਾ ਆਪਣੀ ਬਾਹਰੀ ਜਿਹੜੀ ਸੁੰਦਰਤਾ ਦੀ ਕਾਇਲ ਹੈ, ਮਤਲਬ ਇੱਕ ਇਹੋ ਜਿਹੇ ਰਿਸ਼ਤੇ ਨਾਤੇ ਦਿਖਾਏ ਜਿਨ੍ਹਾਂ ਦੀ ਆਪਸੀ ਕਹਿ ਲਓ ਵਿਚਾਰਧਾਰਾ ਇੱਕ ਨਹੀਂ ਆ, ਅਲੱਗ-ਅਲੱਗ ਵਿਚਾਰਧਾਰਾ ਦੇ ਹੈ, ਅਤੇ ਉਹ ਜੀਵਨ ਸਾਥੀ ਖੁਸ਼ ਨਹੀਂ ਰਹਿ ਸਕਦੇ ਦੋਨੇ। ਤਾਂ ਅੰਤ ਕੀ ਹੁੰਦਾ? ਸੁਸ਼ਮਾ ਸੋਚਦੀ ਹੈ ਵੀ ਜੇ ਵਿਪਨ ਨੂੰ ਮੇਰਾ ਸੁੰਦਰ ਚਿਹਰਾ ਹੀ ਨਹੀਂ ਵਧੀਆ ਲੱਗਦਾ, ਜੇ ਮੈਂ ਇਹ ਉਹਨੂੰ ਆਕਰਸ਼ਿਤ ਨਹੀਂ ਕਰ ਸਕਦੀ, ਤਾਂ ਮੈਂ ਇਸ ਸੋਹਣੇ ਚਿਹਰੇ ਤੋਂ ਕੀ ਕਰਾਉਣਾ। ਤੂੰ ਆਪਣੇ ਚਿਹਰੇ ਨੂੰ ਹੀ ਦਾਗੀ ਕਰ ਲੈਂਦੀ ਹੈ, ਸਾੜ ਲੈਂਦੀ ਹੈ, ਸਟੋਪ 'ਤੇ ਜਲਾ ਲੈਂਦੀ ਆ। ਤਾਂ ਜਦੋਂ ਵਿਪਨ ਨੂੰ ਪਤਾ ਲੱਗਦਾ ਤਾਂ ਉਹ ਕਹਿੰਦਾ ਹਾਏ ਸੁਸ਼ਮਾ ਤਾਂ ਇੰਨੀ ਸੋਹਣੀ ਸੀ, ਮੇਰੇ ਕਾਰਨਾਂ ਕਰਕੇ ਸੁਸ਼ਮਾ ਦੀ ਜਿਹੜੀ ਸੁੰਦਰਤਾ ਉਹ ਗਵਾ ਗਈ ਹੈ, ਸੁਸ਼ਮਾ ਇੰਨੀ ਸੋਹਣੀ ਸੀ। ਬਾਅਦ ਵਿੱਚ ਇਸ ਤਰ੍ਹਾਂ ਕਹਿੰਦਾ। ਅਤੇ ਇਕਾਂਗੀ ਹੈ ਜੋ ਇੱਕ ਇਸਤਰੀ ਆਪਣਾ ਅਪਮਾਨ ਨਹੀਂ ਸਹਿ ਸਕਦੀ, ਆਪਣੀ ਸੁੰਦਰਤਾ ਨੂੰ ਮਤਲਬ ਇਸਤਰੀ ਚਾਹੁੰਦੀ ਹੈ ਵੀ ਮੇਰੀ ਸੁੰਦਰਤਾ ਦੀ ਤਾਰੀਫ ਕਰੇ ਕੋਈ, ਹੈ ਨਾ। ਤਾਂ ਇਸਤਰੀ ਆਪਣੀ ਸੁੰਦਰਤਾ ਦਾ ਅਪਮਾਨ ਨਹੀਂ ਸਹਿ ਸਕਦੀ। ਇਸ ਕਹਾਣੀ ਦੇ ਇਸ ਇਕਾਂਗੀ ਦੇ ਵਿੱਚ ਦੱਸਿਆ ਗਿਆ ਹੈ ਸਰਜੀਤ ਸਿੰਘ ਸੇਠੀ ਦੀ ਦੁਆਰਾ। ਹਰਸਰਨ ਸਿੰਘ 1929 ਤੋਂ 1994। ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਹਰਸਰਨ ਸਿੰਘ ਸੇਖੋਂ ਹਰਸਰਨ ਸਿੰਘ ਗਾਰਗੀ ਦੀ ਪੀੜ੍ਹੀ ਤੋਂ ਬਾਅਦ ਦਾ ਨਾਟਕਕਾਰ ਹੈ। ਸੇਖੋਂ ਹਰਚਰਨ ਸਿੰਘ ਅਤੇ ਗਾਰਗੀ ਦੀ ਪੀੜ੍ਹੀ ਤੋਂ ਬਾਅਦ ਦਾ ਨਾਟਕਕਾਰ ਹਰਸਰਨ ਸਿੰਘ ਹੈ, ਅਤੇ ਉਸਦਾ ਜਨਮ 10 ਫਰਵਰੀ 1929 ਨੂੰ ਗੁੱਜਰ ਖਾਨ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿਖੇ ਹੋਇਆ। MA ਪੰਜਾਬੀ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਸਨੇ ਲੋਕ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਸਿੱਖਿਆ ਵਿਭਾਗ ਚੰਡੀਗੜ੍ਹ ਵਿੱਚ ਪੰਜਾਬੀ ਦੇ ਐਡੀਟਰ ਵਜੋਂ ਕੰਮ ਵੀ ਕੀਤਾ। ਰਚਨਾ ਕਾਲ ਦੇ ਮੁੱਢਲੇ ਦੌਰ ਵਿੱਚ ਉਸਨੇ ਉਰਦੂ ਵਿੱਚ ਕਹਾਣੀ ਅਤੇ ਗਜ਼ਲ ਲਿਖਣ ਦਾ ਯਤਨ ਕੀਤਾ, ਪਰ ਜਲੰਧਰ ਰੇਡੀਓ ਸਟੇਸ਼ਨ ਨਾਲ ਤਾਲਮੇਲ ਹੋਣ ਕਾਰਨ ਉਸਦਾ ਝੁਕਾਅ ਰੇਡੀਓ ਨਾਟਕ ਲਿਖਣ ਵੱਲ ਹੋ ਗਿਆ। ਜੋਤ ਤੋਂ ਜੋਤ ਜਗੇ ਸਿਰਲੇਖ ਥੱਲੇ ਪ੍ਰਕਾਸ਼ਿਤ ਹੋਇਆ ਉਹਨਾਂ ਦਾ ਪਹਿਲਾ ਇਕਾਂਗੀ ਸੰਗ੍ਰਹਿ ਜੋਤ ਤੋਂ ਜੋਤ ਜਗੇ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰਿਤ ਕੀਤਾ ਗਿਆ। ਇਸ ਉਪਰੰਤ ਉਸਨੇ 63 ਤੇ ਹੋਰ ਇਕਾਂਗੀ, ਮੇਰੇ 8 ਇਕਾਂਗੀ, ਪਰਦੇ ਅਤੇ ਰੰਗ ਤਮਾਸ਼ੇ ਆਦਿ ਇਕਾਂਗੀ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਉਸ ਦੇ ਪ੍ਰਥਮ ਪਹਿਲਾ ਪੂਰਾ ਨਾਟਕ ਹਰਸਰਨ ਸਿੰਘ ਦਾ ਜਿਗਰਾ 1957 ਈਸਵੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਨਾਮ ਦਿੱਤਾ ਗਿਆ। ਪਿਛਲੇ 2-2.5 ਦਹਾਕਿਆਂ ਵਿੱਚ ਹਰਸਰਨ ਸਿੰਘ ਨੇ ਫੁੱਲ ਕੁਮਲਾ ਗਿਆ 1961, ਅਪਰਾਧੀ 1962, ਅਦਾਸ ਲੋਕ 1965, ਅਦਾਸ ਲੋਕ ਵੈਰੀ ਇੰਪੋਰਟੈਂਟ, ਨਿਜ਼ਾਮ ਸੱਕਾ 1977, ਲੰਮੇ ਸਮੇਂ ਦਾ ਨਰਕ ਵੈਰੀ ਇੰਪੋਰਟੈਂਟ 1975, ਰਾਜਾ 1981, ਕਲਸ਼ਨੇ 1980, ਦੋਜ਼ਖੀ 1982, ਸਬੰਧ 1984, ਇਕਾਈ ਦਹਾਈ ਸੈਂਕੜਾ 1987, ਰਾਜਾ ਰਸਾਲੂ 1999, ਹੀਰ ਰਾਂਝਾ 1991 ਅਤੇ ਛੱਕੇ ਆਦਿ ਪੂਰੇ ਨਾਟਕ ਪ੍ਰਕਾਸ਼ਿਤ ਕਰਵਾਏ। ਹਰਸਰਨ ਸਿੰਘ ਨੇ ਸ਼ਹਿਰੀ ਮੱਧ ਵਰਗੀ ਜੀਵਨ ਦਾ ਜੋ ਦ੍ਰਿਸ਼ ਹੈ ਉਸ ਨੂੰ ਆਪਣੇ ਨਾਟਕਾਂ ਦੇ ਵਿੱਚ ਪੇਸ਼ ਕੀਤਾ। ਉਸਦੇ ਬਹੁਤੇ ਪੂਰੇ ਨਾਟਕ ਅਤੇ ਇਕਾਂਗੀ ਸਧਾਰਨ ਲੋਕਾਂ ਦੇ ਆਲੇ ਦੁਆਲੇ ਹੀ ਘੁੰਮਦੇ ਹਨ। ਹਰਸਰਨ ਸਿੰਘ ਨੇ ਕੁਝ ਅਜਿਹੇ ਨਾਟਕਾਂ ਦੀ ਸਿਰਜਣਾ ਵੀ ਕੀਤੀ ਜੋ ਵਿਸ਼ੇਸ਼ ਵਿਅਕਤੀ ਜਾਂ ਵਿਸ਼ੇਸ਼ ਘਟਨਾ ਉੱਪਰ ਆਧਾਰਿਤ ਨਹੀਂ ਹਨ।
ਉਹ ਕੇਵਲ ਸਮਾਜਿਕ ਜੀਵਨ ਦੀਆਂ ਪਰਿਸਥਿਤੀਆਂ ਨੂੰ ਵਾਚਦਾ ਹੈ ਤੇ ਉਹਨਾਂ ਪਰਿਸਥਿਤੀਆਂ ਵਿੱਚੋਂ ਮਨੁੱਖੀ ਜੀਵਨ ਨਾਲ ਜੁੜੇ ਹੋਏ ਤਰਾਸ ਤੇ ਵਿਅੰਗ ਨੂੰ ਉਜਾਗਰ ਕਰਦਾ ਹੈ। ਉਸਦੇ ਨਾਟਕਾਂ ਵਿਚਲੇ ਕਈ ਪਾਤਰ ਅਣਸੁਖਾਵੇਂ ਮਾਹੌਲ ਕਾਰਨ ਪਰਿਵਾਰਕ ਜੀਵਨ ਵਿੱਚ ਆਈ ਤਰੇੜ ਦੇ ਅਹਿਸਾਸ ਨੂੰ ਹੰਢਾਉਂਦੇ ਹਨ। ਹਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਵਿੱਚ ਉਹਨਾਂ ਲੋਕਾਂ ਦੇ ਕਿਰਦਾਰ ਨੂੰ ਵੀ ਨੰਗਾ ਕੀਤਾ ਹੈ ਜੋ ਕੁਟਿਲ ਰਾਜਨੀਤੀ ਅਧੀਨ ਕੇਵਲ ਸਵੈ ਹਿੱਤਾਂ ਦੀ ਰਾਖੀ ਕਰਦੇ ਹਨ ਅਤੇ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕਰਦੇ। ਹਰਸ਼ਰਨ ਸਿੰਘ ਦੀ ਨਾਟਕ ਸਿਰਜਣ ਕਲਾ ਦੀ ਇਹ ਵਿਲੱਖਣਤਾ ਹੈ ਕਿ ਉਹ ਨਾਟਕ ਜਾਂ ਪਾਤਰ ਦੇ ਯਥਾਰਥ ਨੂੰ ਉਸ ਦੀ ਵਾਸਤਵਿਕਤਾ ਵਿੱਚ ਪੇਸ਼ ਕਰਦਾ ਹੈ। ਸਧਾਰਨ ਜੀਵਨ ਦੇ ਛੋਟੇ ਵੇਰਵਿਆਂ ਵਿੱਚੋਂ ਉਹ ਨਾਟਕੀਅਤਾ ਪੈਦਾ ਕਰਦਾ ਹੈ। ਹਰਸ਼ਰਨ ਸਿੰਘ ਦੀਆਂ ਪਹਿਲੇ ਦੌਰ ਦੀਆਂ ਕੁਝ ਰਚਨਾਵਾਂ ਪ੍ਰਗਤੀਵਾਦੀ ਸੋਚ ਦੀਆਂ ਧਾਰਨੀ ਹਨ, ਪਰ ਪਿਛਲੇ ਦਹਾਕੇ ਵਿੱਚ ਲਿਖੇ ਕੁਝ ਨਾਟਕਾਂ ਵਿੱਚ ਉਸਨੇ ਪਾਤਰਾਂ ਦੇ ਮਾਨਸਿਕ ਸੰਘਰਸ਼ ਨੂੰ ਅਤੇ ਮਨੋਵਿਗਿਆਨਿਕ ਸੋਚ ਨੂੰ ਵਧੇਰੇ ਪ੍ਰਗਟਾਇਆ ਹੈ। ਮੰਚ ਦ੍ਰਿਸ਼ਟੀ ਤੋਂ ਪਰਖ ਕਰਦਿਆਂ ਹਰਸ਼ਰਨ ਸਿੰਘ ਦੇ ਨਾਟਕਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਨਾਟਕਕਾਰ ਨੂੰ ਮੰਚ ਦੀ ਚੰਗੀ ਸੂਝ-ਬੂਝ ਹੈ। ਉਹ ਨਾਟਕ ਲਿਖਣ ਲੱਗਿਆਂ ਮੰਚ ਨੂੰ ਦ੍ਰਿਸ਼ਟੀ ਵਿੱਚ ਰੱਖਦਾ ਹੈ। ਭਾਵੇਂ ਉਸਦੇ ਸਾਰੇ ਨਾਟਕ ਮੰਚ ਉੱਪਰ ਪੇਸ਼ ਨਹੀਂ ਹੋਏ, ਪਰ ਫਿਰ ਵੀ ਉਸਦੇ ਬਹੁਤੇ ਨਾਟਕ ਮੰਚ ਉੱਪਰ ਸਫਲ ਰਹੇ ਹਨ। ਉਸਦੀ ਇਹ ਵੀ ਵਿਲੱਖਣਤਾ ਹੈ ਕਿ ਉਸਨੇ ਆਪਣੇ ਨਾਟਕ ਆਪ ਨਹੀਂ ਖੇਡੇ। ਹਰਸ਼ਰਨ ਸਿੰਘ ਦਾ ਇਕਾਂਗੀ ਐਜੀਟੇਸ਼ਨ ਦੇ ਪਾਤਰ ਹਨ ਪਤੀ, ਪਤਨੀ, ਦਿਓਰ, ਸ਼੍ਰੀਮਤੀ ਰੰਬਾ ਦੇਵੀ, ਪ੍ਰੈਸ ਫੋਟੋਗ੍ਰਾਫਰ, 2-3 ਹੋਰ ਇਸਤਰੀਆਂ। ਪਤੀ, ਪਤਨੀ ਤੇ ਦਿਓਰ ਇੱਕ ਚੁਬਾਰੇ ਵਿੱਚ ਬੈਠੇ ਹਨ। ਉਹਨਾਂ ਨੇ ਦਿਖਾਇਆ ਹੈ ਇਸ ਇਕਾਂਗੀ ਦੇ ਵਿੱਚ ਸਥਾਨ ਹੈ ਚੁਬਾਰਾ। ਇੱਕ ਸ਼ਹਿਰ ਦੀ ਗਲੀ ਵਿੱਚ ਇੱਕ ਮਕਾਨ ਦਾ ਚੁਬਾਰਾ, ਸਾਹਮਣੇ ਪਾਸੇ ਗਲੀ ਵਿੱਚ ਵੱਲ ਖਿੜਕੀ, ਖੱਬੇ ਪਾਸੇ ਦਰਵਾਜ਼ਾ, ਕਮਰੇ ਵਿੱਚ 3-4 ਕੁਰਸੀਆਂ, ਇੱਕ ਮੇਜ਼। ਮਤਲਬ ਜੋ ਇਹ ਸਥਾਨ ਦਿਖਾਇਆ ਗਿਆ, ਜੋ ਚੀਜ਼ਾਂ ਇਹ ਦੱਸੀਆਂ ਗਈਆਂ, ਇਹ ਰੰਗਮੰਚ ਉੱਪਰ ਹੋਣੀਆਂ ਬਹੁਤ ਜ਼ਰੂਰੀ ਹੈ, ਫਿਰ ਹੀ ਰੰਗਮੰਚ 'ਤੇ ਇਹ ਨਾਟਕ ਖੇਡਿਆ ਜਾ ਸਕਦਾ ਹੈ। ਤੇ ਪਤੀ, ਪਤਨੀ, ਦਿਓਰ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹਨ ਤੇ ਇੱਕੋ ਦਮ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਆਵਾਜ਼ ਹੁੰਦੀ ਹੈ ਔਰਤਾਂ ਦੇ ਐਜੀਟੇਸ਼ਨ ਦੀ। ਇਸ ਇਕਾਂਗੀ ਦਾ ਜੇ ਵਿਸ਼ਾ ਦੇਖਿਆ ਜਾਵੇ ਤਾਂ ਇਹ ਹੈ ਕਿ ਔਰਤਾਂ ਦੀ ਜੋ ਜਾਗਰੂਕਤਾ, ਔਰਤਾਂ ਦਾ ਜੋ ਬੌਧਿਕ ਪੱਧਰ ਹੈ ਉਹ ਉੱਚਾ ਹੁੰਦਾ ਜਾ ਰਿਹਾ ਹੌਲੀ ਹੌਲੀ। ਉਹ ਸਮਝਦੀਆਂ ਜਾ ਰਹੀਆਂ ਕਿ ਧੱਕੇਸ਼ਾਹੀ ਖਿਲਾਫ ਕਿਵੇਂ ਲੜਨਾ ਹੈ। ਉਹ ਵੀ ਹੁਣ ਕਾਨੂੰਨ ਦਾ ਸਹਾਰਾ ਲੈਂਦੀਆਂ, ਉਹ ਵੀ ਹੁਣ ਜੋ ਦਬਾ ਸਮੂਹ ਬਣੇ ਹੈ ਉਹਨਾਂ ਦਾ ਸਹਾਰਾ ਲੈਂਦੀਆਂ, ਉਹ ਵੀ ਹੁਣ ਵਿਚਾਰਧਾਰਕ ਸਥਿਤੀਆਂ ਨੂੰ ਅਪਣਾਉਂਦੀਆਂ, ਉਹ ਵੀ ਆਪਣੀ ਇੱਕ ਵਿਚਾਰਧਾਰਾ ਰੱਖਦੀਆਂ, ਉਹ ਵੀ ਨਾਰੀਵਾਦ ਦੇ ਪ੍ਰਭਾਵ ਹੇਠ ਆ ਚੁੱਕੀਆਂ, ਉਹ ਵੀ ਆਪਣੀ ਸੁਤੰਤਰਤਾ ਦੇ ਲਈ ਜੰਗ ਕਰਦੀਆਂ, ਉਹ ਵੀ ਆਪਣੇ ਖਿਲਾਫ ਹੋ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਦੀਆਂ, ਸਗੋਂ ਉਸਦੇ ਖਿਲਾਫ ਲੜਦੀਆਂ। ਉਹ ਵੀ ਹੁਣ ਝੰਡਾ ਚੁੱਕ ਖੜੀਆਂ ਹੋ ਗਈਆਂ ਤੇ ਲੜਨ ਲਈ ਤਿਆਰ ਹੋ ਗਈਆਂ ਇਸ ਸਮੇਂ ਦੀ ਨਿਜ਼ਾਮਤ ਦੇ ਨਾਲ। ਉਹ ਵੀ ਹੁਣ ਡਟ ਗਈਆਂ, ਉਹ ਡਰਦੀਆਂ ਨਹੀਂ, ਉਹ ਆਪਣੇ ਖਿਲਾਫ ਜੋ ਵੀ ਕੁਝ ਹੋ ਰਿਹਾ ਵਰਤਾਰਾ ਉਸਦੇ ਖਿਲਾਫ ਐਜੀਟੇਸ਼ਨ ਕਰਦੀਆਂ। ਤੇ ਇਸ ਕਹਾਣੀ ਦੇ ਵਿੱਚ ਇੱਕ ਔਰਤ ਦਾ ਇਨਕਲਾਬੀ ਚਿਹਰਾ, ਇਕਾਂਗੀ ਦੇ ਵਿੱਚ ਔਰਤ ਦਾ ਇੱਕ ਇਨਕਲਾਬੀ ਚਿਹਰਾ ਜੋ ਉਹ ਪੇਸ਼ ਕੀਤਾ ਗਿਆ ਹੈ। ਔਰਤਾਂ ਜ਼ੁਲਮ ਸਹਿਣ ਨਹੀਂ ਕਰ ਸਕਦੀਆਂ ਹੁਣ। ਜਿਵੇਂ ਦਿਓਰ ਕਹਿੰਦਾ ਵੀ ਜੇ ਔਰਤਾਂ ਇਸ ਤਰ੍ਹਾਂ ਮਤਲਬ ਐਜੀਟੇਸ਼ਨ ਕਰਨ ਲੱਗ ਗਈਆਂ ਤਾਂ ਹੁਣ ਲੋਕਾਂ ਦੀ ਜੂਨ ਸੁਧਰ ਜੂਗੀ। ਮਤਲਬ ਕਹਿਣ ਦਾ ਭਾਵ ਵੀ ਔਰਤਾਂ ਜੇ ਜਾਗਰੂਕ ਹੋ ਗਈਆਂ ਤਾਂ ਪੂਰਾ ਮਤਲਬ ਜੋ ਸਾਡਾ ਸੰਸਾਰ ਹੈ ਉਹਦੀ ਜੂਨ ਸੁਧਰ ਜੂਗੀ, ਉਹ ਸਾਰਾ ਸੰਸਾਰ ਖੁਸ਼ ਹੋ ਜਾਊਗਾ, ਮਤਲਬ ਖੁਸ਼ਹਾਲ ਹੋ ਜਾਊਗਾ। ਅਤੇ ਇਸ ਐਜੀਟੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਔਰਤਾਂ ਹੁਣ ਚੁੱਪ ਨਹੀਂ ਬੈਠਣੀਆਂ, ਉਹ ਹਰ ਕਿਸੇ ਖਿਲਾਫ ਖੜੀਆਂ ਹੋ ਜਾਣੀਆਂ। ਤਾਂ ਇਹ ਸੀ ਇਕਾਂਗੀ ਸੰਗ੍ਰਹਿ ਜੋ ਆਪਾਂ ਅੱਜ ਵਿਚਾਰ ਕੀਤੀ ਜਿਨ੍ਹਾਂ ਬਾਰੇ, ਅਤੇ ਕੁਝ ਪਾਤਰਾਂ ਬਾਰੇ। ਪਾਤਰ ਬਹੁਤ ਜ਼ਰੂਰੀ ਹੈ ਯਾਦ ਕਰਨੇ। ਕਈ ਵਾਰੀ ਪੁੱਛ ਲੈਂਦੇ ਵੀ ਸ਼੍ਰੀਮਤੀ ਰੰਬਾ ਦੇਵੀ ਕਿਸ ਇਕਾਂਗੀ ਦੀ ਪਾਤਰ ਹੈ, ਤਾਂ ਐਜੀਟੇਸ਼ਨ ਇਕਾਂਗੀ ਦੀ ਪਾਤਰ ਆ, ਹੈ ਨਾ। ਅਤੇ ਇਸੇ ਤਰ੍ਹਾਂ ਜਿਵੇਂ ਸਲਮਾ ਹੋ ਗਈ, ਸਲਮਾ ਕਿਸ ਦੀ ਹੈ, ਵਿਪਨ, ਸੁਸ਼ਮਾ, ਆਸ਼ਾ, ਅਤੇ ਇਹ ਚੀਜ਼ਾਂ ਆਪਾਂ ਯਾਦ ਰੱਖਣੀਆਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਡੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।